ਦੋਸਤ ਮੈਨੂੰ ਪਹਿਲਾ ਸਵਾਲ ਕਰਦੇ ਨੇ ਇਹਦੇ 'ਚ ਕੋਈ ਨਫਾ ਵੀ ਹੈ ਕਿ ਨਹੀਂ, ਕਿੰਨਾ ਕੁ ਨਫਾ ਹੈ। ਮੈਂ ਉਹਨਾਂ ਨੂੰ ਆਉਂਦਾ ਵਾਂ ਕਿ ਇਹ ਤਾਂ ਸ਼ਿਰਕ ਵਾਲੀ ਗੱਲ ਹੈ। ਨਫਾ ਨੁਕਸਾਨ ਅੱਲਾਹ ਤਾਲਾ ਦੀ ਜ਼ਾਤ ਕੋਲ, ਇਹ ਸਾਵਾਂ ਦਾ ਮਾਲ ਹੈ। ਸਾਹ ਦਾ ਕੀ ਪਤਾ ਅਗਲਾ ਆਉਂਦਾ ਜਾਂ ਨਹੀਂ ਆਉਂਦਾ। ਤੇ ਇਹ ਰਿਜ਼ਕੇ ਹਲਾਲ ਹੈ। ਰਿਜ਼ਕੇ ਹਲਾਲ ਤੇ ਅੱਲਾਹ ਪਾਕ ਨੇ ਹਲਾਲ ਮਾਲ ਇਹਦੇ 'ਚ ਬਰਕਤ ਬੜੀ ਰੱਖੀ ਹੈ। ਤੇ ਜਦੋਂ ਵੀ ਇਹਦਾ ਕੰਮ ਕਰਨਾ ਵੇ, ਇਹ ਅੱਲਾਹ ਪਾਕ ਦਾ ਨਾਂ ਲੈ ਕੇ ਤੇ ਕੋਈ ਸਦਕਾ ਦੇ ਕੇ ਇਹਨੂੰ ਸ਼ੁਰੂ ਕਰੋ। ਅੱਲਾਹ ਪਾਕ ਨੇ ਇਹਦੇ 'ਚ ਬੜੀਆਂ ਬਰਕਤਾਂ ਰੱਖੀਆਂ। ਸਾਡਾ ਤਜਰਬਾ ਕੱਟਿਆਂ ਦਾ ਸ਼ੁਕਰ ਅਲਹਮਦੁਲਿਲਾ ਬੜਾ ਅੱਛਾ ਰਿਹਾ ਵੇ। ਅਸੀਂ 4 ਫਲਾਕ ਪਿੱਛੇ ਕੱਢੇ ਨੇ। ਸਾਨੂੰ ਖਰਚੇ ਕੱਢ ਕੇ 15-20 ਹਜ਼ਾਰ 18 ਹਜ਼ਾਰ ਕੱਟਾ ਜਿਹੜਾ ਨਾ ਖਰਚੇ ਕੱਢ ਕੇ ਦਿੰਦਾ ਰਿਹਾ। ਤੇ ਦੂਸਰੇ ਨੰਬਰ ਤੇ ਜਾਨਵਰ ਉਹ ਖਰੀਦਣਾ ਚਾਹੀਦਾ ਵੇ ਜਿਹੜਾ ਪਿੱਛੋਂ ਕਿਸੇ ਮਾਲਕ ਨੇ ਦੁੱਧ ਉਹਨੂੰ ਪਿਆਇਆ। ਦੁੱਧ ਪੀਤਾ ਜਾਨਵਰ ਜਿਹੜਾ ਘੱਟ ਖੁਰਾਕ ਖਾ ਕੇ ਘੱਟ ਖਰਚਾ ਕਰਕੇ ਗਰੋਥ ਜ਼ਿਆਦਾ ਕਰਦਾ। ਜਿਹੜਾ ਛੋਟੇ ਜਾਨਵਰ ਨੂੰ ਦੁੱਧ ਨਹੀਂ ਪਿਆਉਂਦੇ ਤੇ ਉਹ ਅਸੀਂ ਖਰੀਦ ਲਿਆਉਂਦੇ ਹਾਂ, ਉਹ ਫਿਰ ਸਾਨੂੰ ਉਹਦੇ 'ਤੇ ਖਰਚਾ ਬਹੁਤਾ ਕਰਨਾ ਪੈਂਦਾ ਤੇ ਪ੍ਰੋਫਿਟ ਉਹ ਨਹੀਂ ਦਿੰਦਾ। ਖਰੀਦਦਾਰੀ ਵੀ ਇੱਕ ਫਨ ਹੈ। अस्सलाम वालेकुम। वालेकुम अस्सलाम। सर की हाल है? अल्हम्दुलिल्लाह जी, अल्लाह का शुक्र। जनाब दा की नाम है? तारक महमूद चीमा। चीमा साहब किस इलाके तो तलक है? ज़िला सियालकोट, तहसील संबड़ियाल, डस्का संबड़िया रोड ते भोपाल वाला गाँव कस्बा। माशाल्लाह कुछ माह पहले जनाब दा इंटरव्यू कीता सी। आवाम ने उस इंटरव्यू नू काफ़ी सराहिया है ते आवाम ने काफ़ी पसंद कीता है। दोस्तां नू ਇਹ ਦੱਸੋ कि तुसी 3-4 फलाक कटियां दे सेल भी कीते ने। ਤੁਹਾਡਾ ਤਜਰਬਾ ਕਿਹਦਾ ਰਿਹਾ? ਸਾਡਾ ਤਜਰਬਾ ਕੱਟਿਆਂ ਦਾ ਸ਼ੁਕਰ ਅਲਹਮਦੁਲਿਲਾ ਬੜਾ ਅੱਛਾ ਰਿਹਾ ਵੇ। ਅਸੀਂ 4 ਫਲਾਕ ਪਿੱਛੇ ਕੱਢੇ ਨੇ। ਸਾਨੂੰ ਖਰਚੇ ਕੱਢ ਕੇ 15-20 ਹਜ਼ਾਰ 18 ਹਜ਼ਾਰ ਕੱਟਾ ਜਿਹੜਾ ਨਾ ਖਰਚੇ ਕੱਢ ਕੇ ਦਿੰਦਾ ਰਿਹਾ। ਮਾਸ਼ਾਅੱਲਾ। ਇਹ ਜਿਹੜਾ ਸਰ 15-20 ਹਜ਼ਾਰ 18 ਹਜ਼ਾਰ ਤੱਕ ਬੱਚਤ ਹੁੰਦੀ ਹੈ ਜੀ, ਇਹ 3 ਮਹੀਨੇ 'ਚ ਹੁੰਦੀ ਹੈ ਜਾਂ ਕਿ ਤੁਸੀਂ 4 ਮਹੀਨੇ ਵਾਸਤੇ ਇਹਨਾਂ ਨੂੰ ਰੱਖਦੇ ਹੋ? ਇਹ ਐਵਰੇਜ ਜਿਹੜੀ ਹੈ ਨਾ 3 ਮਹੀਨੇ ਵੀ ਲੱਗਦੇ ਨੇ, 3.5 ਵੀ ਮਹੀਨੇ ਲੱਗ ਜਾਂਦੇ ਨੇ। ਸੇਲ ਕਰਦੇ ਆ ਕੋਈ 10-15 ਦਿਨ ਦਾ ਤੇ ਅੱਗਾ ਪਿੱਛਾ ਹੋ ਜਾਂਦਾ। ਠੀਕ ਹੈ, ਯਾਨੀ 3-3.5 ਮਹੀਨੇ ਕਹਿ ਲਓ ਤੁਸੀਂ। 3.5 ਮਹੀਨੇ। ਠੀਕ ਹੈ ਮਾਸ਼ਾਅੱਲਾ। ਸਰ ਮੈਂ ਗੱਲ ਕਰਾਂ ਦਾ ਇਹਨਾਂ ਦੀ ਤਿਆਰੀ ਉੱਤੇ, ਜਾਨਵਰ ਤੁਸੀਂ ਬੜੇ ਸੋਹਣੇ ਤਿਆਰ ਕਰਦੇ ਹੋ ਪਏ। ਇਹਨਾਂ ਦੀ ਖੁਰਾਕ ਕਿਹੜੀ ਹੈ? ਤੁਸੀਂ ਕਿਹੜੀ ਖੁਰਾਕ ਉੱਤੇ ਇਹਨਾਂ ਨੂੰ ਪਾਲਦੇ ਹੋ? ਇਹਨਾਂ ਨੂੰ ਅਸੀਂ ਆਪਣਾ ਸਾਇਲੇਜ ਤਿਆਰ ਕਰਨੇ ਆ, ਉਸ ਸਾਇਲੇਜ ਦੇ ਉੱਤੇ ਪਾਲਨੇ ਆ। ਤੇ ਸਾਇਲੇਜ ਦੇ ਵਿੱਚ 10 ਕਿਲੋ ਸਾਇਲੇਜ ਦੇ ਵਿੱਚ 1 ਕਿਲੋ ਅਸੀਂ ਤੂੜੀ ਇਸਤੇਮਾਲ ਕਰਨੇ ਆ ਤੇ ਨਾਲ ਜਿਹੜਾ ਵੇ ਵੰਡਾ ਇਸਤੇਮਾਲ ਕਰਨੇ ਆ। ਵੰਡਾ ਜਿਹੜਾ ਵੇ ਅਗਰ ਤੂੜੀ ਪਾਈਏ ਤੇ ਵੰਡਾ ਜਿਹੜਾ 3 ਗੁਣਾ ਜ਼ਿਆਦਾ ਪਾਣਾ ਪੈਂਦਾ, ਪੱਠੇ ਪਾਈਏ ਤੇ 2 ਗੁਣਾ, ਤੇ ਸਾਇਲੇਜ ਪਾਈਏ ਤੇ 1 ਹਿੱਸਾ ਵੰਡਾ ਪਾਣਾ ਪੈਂਦਾ ਵੇ। 1 ਕਿਲੋ ਵੰਡਾ ਜਿਹੜਾ ਨਾ ਇੱਕ ਜਾਨਵਰ ਵਾਸਤੇ ਐਵਰੇਜ ਕਾਫੀ ਹੁੰਦਾ ਸਾਇਲੇਜ ਤੇ। यानी कि 10 किलो साइलेज, 1 किलो तूड़ी ते 1 किलो वंडा जी। एक दिन ਦਾ ਜਾਂ ਇੱਕ ਟਾਈਮ ਦਾ? ਇਹ 24 ਘੰਟੇ ਦਾ। ਇਹ ਜਦੋਂ ਛੋਟੇ ਅਸੀਂ ਕੱਟੇ ਲੈ ਕੇ ਆਉਂਦੇ ਆ ਉਦੋਂ 2 ਕੱਟੇ ਦੀ ਇਹ ਖੁਰਾਕ ਹੁੰਦੀ ਹੈ ਤੇ ਜਦੋਂ ਇਹ ਵੱਡੇ ਹੋ ਜਾਂਦੇ ਨੇ ਉਹ ਉਦੋਂ 1 ਕੱਟੇ ਦੀ ਖੁਰਾਕ ਐਵਰੇਜ ਜਿਹੜੀ ਹੈ ਨਾ, ਇਹ ਸਮਝੋ ਕਿ 10 ਕਿਲੋ ਸਾਇਲੇਜ ਜਿਹੜਾ ਨਾ ਪਹਿਲੇ ਦਿਨ ਤੋਂ ਲੈ ਕੇ ਆਖਰੀ ਦਿਨ ਦੀ ਐਵਰੇਜ ਜਿਹੜੀ ਹੈ ਨਾ 3 ਮਹੀਨੇ ਤੱਕ ਦੀ, ਉਹ 10 ਕਿਲੋ ਸਾਇਲੇਜ ਦੀ ਐਵਰੇਜ ਹੈ। ਜ਼ਿੰਦਾਬਾਦ। ਠੀਕ ਹੈ ਸਰ, ਸੋਹਣੀ ਵੰਡ ਕੱਢੀ ਜੇ ਤੁਸੀਂ। ਤੇ ਹੁਣ ਇਹ ਤੇ ਤੁਸੀਂ ਦੱਸਿਆ ਨਾ ਕਿ ਅਗਰ ਸਾਈਲੇਜ ਤੇ ਇਹਨਾਂ ਨੂੰ ਪਾਲਣਾ ਤੇ ਇਹ ਇਹਨਾਂ ਦੀ ਐਵਰੇਜ ਹੈ ਜੀ। ਕੁਝ ਦੋਸਤ ਹੁੰਦੇ ਨੇ ਤੂੜੀ ਤੇ ਵੰਡੇ ਉੱਤੇ ਪਾਲਦੇ ਨੇ। ਤੁਸੀਂ ਮਾਸ਼ਾਅੱਲਾ ਪਹਿਲੇ ਵੀ ਸਾਈਲੇਜ ਉੱਤੇ ਇਹਨਾਂ ਨੂੰ ਤਿਆਰ ਕਰਦੇ ਹੋ, ਹੁਣ ਵੀ ਤੁਸੀਂ ਇਹਨੂੰ ਸਾਈਲੇਜ ਉੱਤੇ ਤਿਆਰ ਕਰਦੇ ਹੋ ਪਏ। ਤੇ ਸਾਈਲੇਜ ਉੱਤੇ ਇਹਨਾਂ ਨੂੰ ਪਾਲਣਾ ਤੁਹਾਡਾ ਤਜਰਬਾ ਕਿਹਦਾ ਰਿਹਾ? ਅਲਹਮਦੁਲਿਲਾ ਮੈਂ ਤੇ 4 ਫਲਾਕ ਕੱਟਿਆਂ ਦੇ 1 ਫਲਾਕ ਬੱਚਿਆਂ ਦਾ ਕੱਢਿਆ ਤੇ ਮੇਰਾ ਤੇ ਤਜਰਬਾ ਜਿਹੜਾ ਨਾ, ਮੈਂ ਇਹਦੇ ਤੇ ਬੜਾ ਮੁਤਮਿਨ, ਬੜਾ ਖੁਸ਼ ਹਾਂ। ਤੇ ਮੇਰਾ ਇਹਦੇ ਤੇ ਖਰਚਾ ਜਿਹੜਾ ਨਾ ਤੂੜੀ ਤੇ ਵੰਡਾ ਮੇਰਾ ਇਸਤੇਮਾਲ ਕਰਨ ਨਾਲ ਵੰਡੇ ਦੀ ਕੀਮਤ ਵੱਧ ਜਾਂਦੀ ਹੈ ਤੇ ਉਹ ਖਰਚੇ ਤੇ ਵੰਡੇ ਨੂੰ ਵੀ ਵੇਖਣਾ ਮੈਂ ਤੇ ਇਸ ਸੋਚ ਕੇ ਕਿ ਇਹ ਮੇਰਾ ਜਿਹੜਾ ਵੇ ਨਾ ਕੱਟਿਆਂ ਦਾ ਫਾਰਮ ਨਹੀਂ, ਇਹ ਮੇਰੀ ਗੋਸ਼ਤ ਦੀ ਫੈਕਟਰੀ ਹੈ। ਸਫਾਈ ਰੱਖ ਕੇ ਘੱਟ ਖਰਚਾ ਕਰਕੇ ਤੇ ਜ਼ਿਆਦਾ ਨਫਾ ਕਮਾਉਣਾ। ਤੇ ਜ਼ਿਆਦਾ ਨਫਾ ਜਿਹੜਾ ਮੈਨੂੰ ਸਾਇਲੇਜ ਦੇ ਜ਼ਰੀਏ ਤੇ ਘੱਟ ਵੰਡਾ ਪਾ ਕੇ ਮੈਨੂੰ ਵੰਡਾ ਪਾਣਾ ਮੈਂ, ਲੇਕਿਨ ਤੀਸਰਾ ਹਿੱਸਾ ਦੂਸਰੇ ਫਸਲਾਂ ਨਾਲੋਂ ਇਸਤੇਮਾਲ ਕਰਨ ਨਾਲੋਂ ਤੀਸਰਾ ਹਿੱਸਾ ਮੈਂ ਵੰਡਾ ਇਸਤੇਮਾਲ ਕਰਨਾ ਸਾਇਲੇਜ ਦੇ ਵਿੱਚ। ਠੀਕ ਹੈ, ਯਾਨੀ ਕਿ ਸਾਇਲੇਜ ਦਾ ਇਹ ਫਾਇਦਾ ਕਿ ਖਰਚਾ ਵੀ ਕਮ ਹੀ ਜਾਂਦਾ ਤੇ ਫਿਰ ਵੰਡਾ ਵੀ ਕਮ ਇਸਤੇਮਾਲ ਕਰਨਾ ਪੈਂਦਾ। ਠੀਕ ਹੈ, ਵੰਡਾ ਇਸਤੇਮਾਲ ਕਰਨਾ ਚਾਹੀਦਾ ਹੈ ਲੇਕਿਨ ਵੰਡੇ ਦੀ ਰੇਸ਼ੋ ਜਿਹੜੀ ਹੈ ਨਾ ਉਹ ਸਾਇਲੇਜ ਦੇ ਵਿੱਚ ਆ ਕੇ ਘਟ ਜਾਂਦੀ ਹੈ। ਠੀਕ ਹੈ, ਤੇ ਸਰ ਵੰਡਾ ਕਿਹੜੇ ਇਸਤੇਮਾਲ ਕਰਦੇ ਹੋ? ਉਹ ਵੀ ਕੋਈ ਖੁਦ ਤਿਆਰ ਕਰਵਾਇਆ ਜਾਂ ਕਿ ਕੋਈ
ਇਹ ਬਾਜ਼ਾਰੋਂ ਮਿਲਦਾ ਉਹ ਇਸਤੇਮਾਲ ਕਰਦੇ ਹੋ? ਵੰਡਾ ਆਪ ਵੀ ਤਿਆਰ ਕਰੀਦਾ ਵੇ ਤੇ ਜਿਹੜੀ ਕੋਈ ਅੱਛੀ ਚੀਜ਼ ਬਾਜ਼ਾਰੋਂ ਮਿਲੇ ਉਹ ਵੀ ਲੈ ਲਈਦੀ ਹੈ। ਬਹਿਸ ਨਹੀਂ ਕਰੀਦੀ ਕਿ ਹੁਣ ਅਸੀਂ ਆਪਣੀ ਚੀਜ਼ ਜਿਹੜੀ ਹੈ ਤਿਆਰ ਕਰਨੇ ਪਏ। ਜਿਹੜੀ ਅੱਛਾ ਮਸ਼ਵਰਾ ਕਿਸੇ ਦੋਸਤ ਦਾ ਕਿਸੇ ਡਾਕਟਰ ਦਾ ਮਿਲਦਾ ਵੇ ਉਹਨੂੰ ਆਮੀਨ ਕਰੀਦਾ ਤੇ ਉਹਨੂੰ ਕਬੂਲ ਕਰੀਦਾ, ਕਿਉਂਕਿ ਅਸੀਂ ਇਹ ਕਾਰੋਬਾਰ ਕੀਤਾ, ਅਸਾਂ ਕਿਸੇ ਨਾਲ ਬਹਿਸ ਤੇ ਨਹੀਂ ਕਰਨੀ। ਅਸੀਂ ਤੇ ਕਾਰੋਬਾਰ ਦੇ ਵਿੱਚ ਜਿਹਦੇ 'ਚ ਸਾਡੀ ਕਮੀ ਕੁਤਾਈ ਹੁੰਦੀ ਅਸੀਂ ਆਪਣੀ ਉਹਨਾਂ ਕੋਲ ਪੁੱਛ ਕੇ, ਦੋਸਤਾਂ ਕੋਲੋਂ, ਅਹਿਬਾਬ ਕੋਲੋਂ, ਡਾਕਟਰਾਂ ਕੋਲੋਂ, ਲਾਈਫ ਸਟਾਕ ਵਾਲੇ ਨੇ ਸਾਡੇ ਇੱਥੇ, ਉਹਨਾਂ ਕੋਲੋਂ ਮਸ਼ਵਰਾ ਕਰਕੇ ਤੇ ਜਿਹੜੀਆਂ ਸਾਡੀਆਂ ਕਮੀਆਂ ਕੁਤਾਈਆਂ ਹੁੰਦੀਆਂ ਨੇ ਅਸੀਂ ਉਹਨਾਂ ਨੂੰ ਤਸਲੀਮ ਵੀ ਕਰਨੇ ਤੇ ਅੱਗੋਂ ਉਹਨਾਂ ਨੂੰ ਆਪੀ ਵੀ ਅਪਲਾਈ ਕਰਨੇ। ਦੋਸਤਾਂ ਨੂੰ ਵੀ ਆਨੇ ਆ ਕਿ ਬਈ ਇਹ ਇੱਥੇ ਕਰਕੇ ਆ ਇਸਤੇਮਾਲ ਕਰ ਲਓ। ਬਿਹਤਰ ਹੋ ਗਿਆ ਸਰ। ਸਰ ਇਹਨਾਂ ਦੀ ਖਰੀਦਦਾਰੀ ਦੇ ਮੁਤਲਕ ਦੱਸੋ, ਜਿਹੜੇ ਜਾਨਵਰ ਤੁਸੀਂ ਖਰੀਦਦੇ ਹੋ ਗੋਸ਼ਤ ਵਾਸਤੇ, ਉਹਨਾਂ ਦੀਆਂ ਕੋਈ ਖੂਬੀਆਂ ਦੱਸਣੀਆਂ ਨੇ ਤੇ ਉਹਨਾਂ ਦਾ ਜਿਹੜਾ ਵਜ਼ਨ ਹੈ ਕਮ ਅਜ਼ ਕਮ ਕਿੰਨਾ ਹੋਣਾ ਚਾਹੀਦਾ ਹੈ? ਇਹ ਲਾਈਵ ਵਜ਼ਨ ਕਿੰਨਾ ਹੋਏ ਤੇ ਗੋਸ਼ਤ ਕਿੰਨਾ ਹੋਏ ਜਿਹੜੇ ਤੁਸੀਂ ਖਰੀਦਣੇ ਨੇ? ਜਿਹੜਾ ਵੇ ਨਾ ਹੁਣ ਸਰਦੀਆਂ ਜਦੋਂ ਆਈਆਂ ਨੇ, ਸਰਦੀਆਂ ਦੇ ਵਿੱਚ ਇਹਨਾਂ ਨੂੰ ਥੋੜ੍ਹਾ ਜਿਹਾ ਕਮ ਅਜ਼ ਕਮ 100, 125, 150 ਕਿਲੋ ਜ਼ਿੰਦਾ ਹੋਵੇ, 1.5 ਤੋਂ 2 ਮਣ ਜਿਹੜਾ ਵੇ ਗੋਸ਼ਤ ਇਹਦਾ ਹੋਵੇ, ਉਹ ਜਾਨਵਰ ਖਰੀਦਣਾ ਚਾਹੀਦਾ। ਛੋਟਾ ਜਾਨਵਰ ਜਦੋਂ ਖਰੀਦਾਂਗੇ ਤੇ ਅਸੀਂ ਚੂँਕਿ ਆਪਣੇ ਮੁਲਾਜ਼ਮਾਂ ਦੇ ਸਿਰ ਤੇ ਉੱਤੇ ਛੱਡਣਾ ਹੁੰਦਾ, ਨਾਲ ਕੁਝ ਆਪਣੀ ਵੀ ਤਵੱਜੋ ਦੇਣੀ ਹੁੰਦੀ ਹੈ, ਲੇਕਿਨ ਕੁਝ ਲੋਕ ਨੇ ਮੇਰਾ ਮੁਲਾਜ਼ਮਾਂ ਤੇ ਛੱਡਦੇ ਨੇ। ਉਹ ਫਿਰ ਛੋਟਾ ਜਾਨਵਰ ਜਿਹੜਾ ਨਾ ਉਹ ਸਰਦੀਆਂ ਦੇ ਵਿੱਚ ਮਾਲਕ ਨੂੰ ਤੰਗ ਕਰਦਾ ਵਾ। ਤੇ ਦੂਸਰੇ ਨੰਬਰ 'ਤੇ ਜਾਨਵਰ ਉਹ ਖਰੀਦਣਾ ਚਾਹੀਦਾ ਵਾ ਜਿਹੜਾ ਪਿੱਛੋਂ ਕਿਸੇ ਮਾਲਕ ਨੇ ਦੁੱਧ ਉਹਨੂੰ ਪਿਆਇਆ। ਦੁੱਧ ਪੀਤਾ ਜਾਨਵਰ ਜਿਹੜਾ ਘੱਟ ਖੁਰਾਕ ਖਾ ਕੇ, ਘੱਟ ਖਰਚਾ ਕਰਕੇ ਗਰੋਥ ਜ਼ਿਆਦਾ ਕਰਦਾ। ਜਿਹੜਾ ਛੋਟੇ ਜਾਨਵਰ ਨੂੰ ਦੁੱਧ ਨਹੀਂ ਪਿਆਉਂਦੇ ਤੇ ਉਹ ਅਸੀਂ ਖਰੀਦ ਲਿਆਉਂਦੇ ਹਾਂ, ਉਹ ਫਿਰ ਸਾਨੂੰ ਉਹਦੇ 'ਤੇ ਖਰਚਾ ਬਹੁਤਾ ਕਰਨਾ ਪੈਂਦਾ ਤੇ ਪ੍ਰੋਫਿਟ ਉਹ ਨਹੀਂ ਦਿੰਦਾ। ਖਰੀਦਦਾਰੀ ਵੀ ਇੱਕ ਫਨ ਹੈ। ਜੀ ਜੀ। ਤੇ ਸਰ ਫਿਰ ਜਨਾਬ ਨੂੰ ਕਿੰਜ ਅੰਦਾਜ਼ਾ ਹੁੰਦਾ ਹੈ ਕਿ ਜਿਹੜਾ ਜਾਨਵਰ ਤੁਸੀਂ ਲੈ ਰਹੇ ਹੋ ਇਹਨੇ ਦੁੱਧ ਪੀਤਾ ਜਾਂ ਕਿ ਨਹੀਂ ਪੀਤਾ? ਉਹਦੀਆਂ ਕੋਈ ਨਿਸ਼ਾਨੀਆਂ ਹੈ ਨੇ? ਇਹ ਮੰਡੀ ਦੇ ਵਿੱਚ ਬੜੇ ਆ, ਪਤਾ ਚੱਲ ਜਾਂਦਾ ਵੇ। ਕੁਝ ਨਵੇਂ ਬੰਦੇ ਨੂੰ ਤੇ ਨਹੀਂ, ਤੇ ਜਿੰਨਾ ਹੁਣ ਅਸੀਂ ਇਹ ਮਾਰਾਂ ਖਾਧੀਆਂ ਨੇ, ਇਹ ਆ ਕੇ ਇੱਥੇ ਜਾਨਵਰਾਂ ਨੂੰ ਵੇਂਦੇ ਚੰਦੇ ਰਹਿੰਦੇ ਆ, ਸਾਨੂੰ ਵੀ ਵਿੱਚ ਆ ਕੇ ਦਾ ਲੱਗ ਜਾਂਦੇ ਨੇ। ਲੇਕਿਨ ਇਹ ਕਿ ਇਹ ਤੇ ਕੋਸ਼ਿਸ਼ ਇਹ ਹੀ ਕਰਨੀ ਚਾਹੀਦੀ ਹੈ ਕਿ ਆਪਣੀ ਅੱਖਾਂ ਗੇੜ ਕੇ ਸੌਦਾ ਜਿਹੜਾ ਨਾ ਲਵੋ। ਠੀਕ ਹੈ। ਅੱਛਾ ਸਰ, ਫਿਰ ਜਿਹੜੇ ਜਾਨਵਰ ਤੁਸੀਂ ਲੈਂਦੇ ਹੋ ਉਹ ਸਾਰਿਆਂ ਦਾ ਵਜ਼ਨ ਕੋਈ 19-20 ਦਾ ਫਰਕ ਹੁੰਦਾ ਹੈ ਜਾਂ ਕਿ ਕੋਈ ਛੋਟੇ ਕੋਈ ਵੱਡੇ ਵੀ ਲੈ ਲੈਂਦੇ ਹੋ? ਨਹੀਂ, 10-15-20 ਕਿਲੋ, 10-15-20 ਕਿਲੋ ਤੇ ਫਿਰ ਜਿਹੜਾ ਵੇ ਵਜ਼ਨ ਦੇ ਵਿੱਚ ਫਰਕ ਆ ਜਾਂਦਾ। ਐਕੂਰੇਟ ਵਜ਼ਨ ਤੇ ਨਹੀਂ ਨਾ ਕੋਈ ਵੀ ਹੁੰਦਾ। ਠੀਕ ਹੈ। 10-15-20 ਕਿਲੋ ਦਾ ਫਰਕ ਆ ਜਾਂਦਾ। ਉਹ ਫਿਰ ਆ ਕੇ ਇੱਥੇ ਆਪਣੀ ਖੁਰਾਕ ਦੇ ਨਾਲ ਦਿਲ ਕਰੇ ਤੇ ਜਿਹੜਾ 20 ਕਿਲੋ ਛੋਟਾ ਸੀ ਜਾਨਵਰ, ਲੇਕਿਨ ਉਹਦੀ ਗਰੋਥ ਜਿਹੜੀ ਹੈ ਨਾ ਆ ਕੇ ਇੱਥੇ ਖੁਰਾਕ ਦੇ ਲਿਹਾਜ਼ ਨਾਲ ਉਹ ਦੂਸਰੇ ਨਾਲ ਵੀ ਦਿਲ ਕਰੇ ਤੇ ਜ਼ਿਆਦਾ ਵੱਧ ਜਾਵੇ। ਯਾਨੀ ਕਿ ਉਹ ਫਿਰ ਜਿਹੜਾ ਅੱਛਾ ਜਾਨਵਰ ਹੈ ਗਰੋਥ ਵਾਲਾ ਹੈ ਉਹ ਵਜ਼ਨ ਜ਼ਿਆਦਾ ਕਰ ਜਾਂਦਾ। ਵਜ਼ਨ ਜ਼ਿਆਦਾ ਕਰ ਜਾਂਦਾ। ਠੀਕ ਹੈ। ਤੇ ਸਰ ਜਾਨਵਰ ਤੁਸੀਂ ਤੋਲ ਕੇ ਲੈਂਦੇ ਹੋ ਜਾਂ ਕਿ ਖੁਦ ਹੀ ਅੰਦਾਜ਼ਾ ਲਾਉਂਦੇ ਹੋ ਕਿ ਇਹਦੀ ਕੀਮਤ ਨਹੀਂ ਹੈ? ਕਿਉਂਕਿ ਕੁਝ ਮੰਡੀਆਂ ਐਸੀਆਂ ਵੀ ਨੇ ਜਿੱਥੋਂ ਜਾਨਵਰ ਤੋਲ ਕੇ ਮਿਲਦਾ ਹੈ ਇਹ ਲਾਈਵ ਵਜ਼ਨ ਦੇ ਹਿਸਾਬ ਨਾਲ। ਤੋਲ ਕੇ ਜਿਹੜਾ ਵਜ਼ਨ ਹੈ ਨਾ ਉਹ ਲੈਣ ਵਾਲੇ ਨੂੰ ਵੀ ਨਹੀਂ ਨੁਕਸਾਨ ਹੁੰਦਾ, ਦੇਣ ਵਾਲੇ ਨੂੰ ਵੀ ਨਹੀਂ ਨੁਕਸਾਨ ਹੁੰਦਾ। ਤੇ ਉਹਦੇ ਵਿੱਚ ਵੀ ਨਿਰਾ ਅਸੀਂ ਭਾਵੇਂ ਉਹ ਜਾਨਵਰ ਕਮਜ਼ੋਰ ਹੋਏ ਤੇ ਤੋਲ ਕੇ ਸਸਤਾ ਮਿਲਦਾ ਹੋਏ, ਅਸੀਂ ਨਹੀਂ ਉਹ ਲੈਂਦੇ। ਜਾਨਵਰ ਉਹ ਲੈਣਾ ਤੋਲ ਕੇ ਵੀ ਲੈਣਾ ਜਿਹਦੀ ਗਰੋਥ ਹੁੰਦੇ, ਪਿੰਡੇ ਤੇ ਮਾਸ ਹੈ ਉਹਦੇ। ਠੀਕ ਹੈ। ਉਹ ਮਾਲ ਲੈਂਦੇ। ਤੇ ਇਸ ਤੋਂ ਇਲਾਵਾ ਇਹਨਾਂ ਦੀ ਜਿਹੜੀ ਕੋਈ ਡੀਵਰਮਿੰਗ ਕਰਦੇ ਹੋ, ਕੀੜੇ ਮਾਰ ਅਦਵੀਆਤ ਦਿੰਦੇ ਹੋ ਜਾਂ ਕੋਈ ਦੇਸੀ ਚੀਜ਼ ਦਿੰਦੇ ਹੋ ਜੀ, ਉਹ ਵੀ ਦੋਸਤਾਂ ਨੂੰ ਦੱਸੋ। ਮੈਂ ਜ਼ਿਆਦਾ ਜਿਹੜੀ ਨਾ ICI ਵਾਲਿਆਂ ਦੀ ਐਡਵਰਮਿੰਗ ਵਾਸਤੇ ਜਿਹੜੀ ਨਿਲ ਵਰਮ ਹੈ ਉਹ ਇਸਤੇਮਾਲ ਕਰਨਾ ਵਾ। ਤੇ ਇਹ ਆਉਂਦੇ ਹੀ ਪਹਿਲਾਂ ਜਾਨਵਰਾਂ ਨੂੰ ਉਹਨਾਂ ਦਾ ਐਡਵਰਮਿੰਗ ਕਰੀਦੀ ਹੈ। ਐਡਵਰਮਿੰਗ ਤੋਂ ਬਾਅਦ ਉਹਨਾਂ ਦਾ 4-5 ਦਿਨ ਤੋਂ ਬਾਅਦ ਉਹਨਾਂ ਨੂੰ ਚਿੱਚੜਾਂ ਦੇ, ਜੂਆਂ ਦੇ ਇੰਜੈਕਸ਼ਨ, ਫਿਰ ਉਹਨਾਂ ਦਾ ਵੈਕਸੀਨ ਜਿਹੜੀ ਹੈ ਨਾ ਪਹਿਲੇ 15 ਦਿਨ ਤੇ ਇਹ ਪ੍ਰੋਸੈਸ ਹੁੰਦਾ ਵੈਕਸੀਨਾਂ ਤੇ ਐਡਵਰਮਿੰਗ ਵਗੈਰਾ ਜੀ। ਉਸ ਤੋਂ ਬਾਅਦ ਜਿਹੜਾ ਨਾ 1.5 ਮਹੀਨੇ ਤੱਕ ਪੂਰੀ ਜੀ ਖੁਰਾਕ ਰੱਖ ਕੇ ਇਹਨਾਂ ਨੂੰ ਆਪਣੇ ਇਸ ਚਾਲੇ ਤੇ ਲਾਈਦਾ। ਫਿਰ 1.5 ਮਹੀਨੇ ਬਾਅਦ ਇਹਨਾਂ ਦੀ ਐਡਵਰਮਿੰਗ ਕਰੀਦੀ ਤੇ 1.5 ਮਹੀਨੇ ਤੋਂ ਬਾਅਦ ਫਿਰ ਜਿਹੜੀ ਇਹਨਾਂ ਦੀ ਖੁਰਾਕ ਹੈ ਦੀ ਡੋਜ਼ ਵਧਾ ਦਈਦੀ ਹੈ ਤੇ ਇਨਸ਼ਾਅੱਲਾ 3-3.5 ਮਹੀਨੇ ਦੇ ਵਿੱਚ ਅਸੀਂ ਫਲਾਕ ਤਿਆਰ ਕਰਾਂਗੇ। ਠੀਕ ਹੈ ਸਰ, ਤੁਸੀਂ ਜ਼ਿਕਰ ਕੀਤਾ ਜਿਹੜੇ ਇਹਨਾਂ ਨੂੰ ਚਿੱਚੜ ਪਏ ਹੁੰਦੇ ਨੇ ਉਹਦਾ ਤੁਸੀਂ ਇੰਜੈਕਸ਼ਨ ਲਗਾਉਂਦੇ ਹੋ, ਟੀਕਾ ਲਗਾਉਂਦੇ ਹੋ ਜੀ। ਕੁਝ ਦੋਸਤ ਉਹਦੇ ਵਾਸਤੇ ਪੀਣ ਵਾਲੀ ਦਵਾਈ ਵੀ ਦਿੰਦੇ ਨੇ ਤੇ ਕੁਝ ਦੋਸਤ ਇਹਨਾਂ ਦੇ ਜਿਸਮ ਦੇ ਉੱਤੇ ਨਾ ਉਹ ਪਾਊਡਰ ਵਗੈਰਾ ਵੀ ਲਾ ਦਿੰਦੇ ਨੇ। ਜਿਹੜਾ ਪਾਊਡਰ ਲਾਉਣ ਵਾਲਾ ਕੰਮ ਹੈ ਨਾ ਉਹ ਬੜਾ ਰਿਸਕੇਬਲ ਹੁੰਦਾ ਵੇ। ਉਹ ਜਾਨਵਰ ਮੂੰਹ ਮਾਰੇ, ਦੂਸਰਾ ਜਾਨਵਰ ਉਹਨੂੰ ਮਾਰੇ। ਅਸੀਂ ਇਹ ਜਾਨਵਰ ਜਿਹੜੇ ਨੇ ਬੰਨ੍ਹ ਕੇ ਤੇ ਰੱਖੇ ਨਹੀਂ ਹੁੰਦੇ, ਖੁੱਲੇ ਛੱਡੇ ਹੁੰਦੇ ਨੇ
ਤੇ ਉਹ ਥੋੜਾ ਜਿਹਾ ਖਤਰਨਾਕ ਹੁੰਦਾ ਤੇ ਜਿਹੜਾ ਆਪਣੀ ਹੱਥੀ ਕੰਮ ਕਰ ਲੈਣਾ ਵਾ ਉਹ ਬੰਦਾ ਮੁਤਮਿਨ ਹੋ ਜਾਂਦਾ ਵੇ। ਇਹਨਾਂ ਦਾ ਜਿਹੜੇ ਨੇ ਟੈਗ ਵੀ ਅਸੀਂ ਲਾ ਲੈਂਦੇ ਹਾਂ। ਦੂਸਰੇ ਨੰਬਰ ਤੇ ਇੱਕ ਜਾਨਵਰ ਨੂੰ ਫੜ ਕੇ ਜਿਹੜਾ ਨਾ ਅਸੀਂ ਇਹਨਾਂ ਨੂੰ ਨਾਲਾਂ ਨਾਲ ਵੀ ਨਹੀਂ ਦਿੰਦੇ, ਅਸੀਂ ਇਹਨੂੰ ਆਟਾ ਤੇ ਗੁੜ ਪਾ ਕੇ ਦਿੰਦੇ ਹਾਂ ਕਿ ਜਾਨਵਰ ਨੂੰ ਅਥਰੂ ਨਾ ਲੱਗੇ। ਜਿਹੜਾ ਨਾਲਾਂ ਨਾਲ ਜਾਨਵਰ ਨੂੰ ਐਡਵਰਮਿੰਗ ਵਾਲੀ ਚੀਜ਼ ਦੇਣੀ ਹੈ ਜਾਂ ਉੱਤੇ ਮਲਣੀ ਹੈ, ਇਹ ਰਿਸਕ ਬੜਾ ਵੱਡਾ ਹੁੰਦਾ। ਬੜਾ ਅੱਛਾ ਸਰ, ਤੁਸੀਂ ਪੁਆਇੰਟ ਨੋਟ ਕਰਾਇਆ ਦੋਸਤਾਂ ਨੂੰ। ਸਰ ਜਦੋਂ ਜਾਨਵਰ ਤਿਆਰ ਹੋਈ ਜਾਂਦਾ ਹੈ, ਇਹਨੂੰ ਫਰੋਖਤ ਕਰਨਾ ਵੀ ਨਵੇਂ ਦੋਸਤਾਂ ਵਾਸਤੇ ਮੁਸ਼ਕਲ ਕੰਮ ਹੈ ਜੀ। ਇਹਦੀ ਮਾਰਕੀਟ ਕਿੱਥੇ ਵੇ? ਕਿ ਮੰਡੀ 'ਚ ਸੇਲ ਕਰਦੇ ਹੋ, ਸਲਾਟਰ ਹਾਊਸ 'ਚ ਸੇਲ ਕਰਦੇ ਹੋ, ਜਾਂ ਕਿ ਜਿਹੜੇ ਕਸਾਈ ਹਜ਼ਰਾਤ ਨੇ ਉਹ ਲਾਈ ਜਾਂਦੇ ਨੇ? ਹੁਣ ਤੇ ਅੱਲਾ ਦਾ ਸ਼ੁਕਰ ਹੈ ਮੈਰਿਜ ਹਾਲ ਵੀ ਖੁੱਲੇ ਨੇ ਤੇ ਕਸਾਈ ਹਜ਼ਰਾਤ ਜਿਹੜੇ ਨੇ ਉਹ ਵੀ ਲੈ ਲੈਂਦੇ ਨੇ। ਸਲੈਟਰ ਹਾਊਸ 'ਚ ਵੀ ਜਿਹੜਾ ਇਹਨਾਂ ਨੂੰ ਸੇਲ ਕਰ ਲਈਦਾ ਤੇ ਮੰਡੀਆਂ 'ਚ ਵੀ ਇਹਨਾਂ ਨੂੰ ਖੜੀਏ ਤੇ ਇਹ ਮਾਸ਼ਾਅੱਲਾ ਦੂਸਰੇ ਜਾਨਵਰਾਂ ਨਾਲੋਂ ਇਹਨਾਂ ਦੀ ਉੱਥੇ ਵੀ ਜਿਹੜੀ ਹੈ ਨਾ ਸ਼ਾਈਨਿੰਗ ਉਹ ਦੂਸਰਿਆਂ ਨਾਲੋਂ ਅਲੱਗਾ ਹੁੰਦੀ ਤੇ ਮੰਡੀ ਦੇ ਵਿੱਚ ਵੀ ਇਹਨਾਂ ਦੀ ਚਾਰਮਿੰਗ ਦੂਸਰੇ ਬਨਿਸਬਤ ਇਲਾਕਿਆਂ 'ਚ ਜਿਹੜੇ ਜਾਨਵਰ ਆਏ ਹੁੰਦੇ ਨੇ ਉਹਨਾਂ ਨਾਲੋਂ ਜ਼ਿਆਦਾ ਹੁੰਦੀ ਹੈ। ਇਸ ਵਾਸਤੇ ਇਹ ਜਿਹੜਾ ਨਾ ਇਹਨਾਂ ਦਾ ਸਾਲੇਜ ਤੇ ਵੰਡੇ ਖਾਣ ਦੇ ਨਾਲ ਜੀ ਇਹ ਜਿਹੜਾ ਇਹਨਾਂ ਦੇ ਜਿਸਮ ਦੀ ਚਮਕ ਜਿਹੜੀ ਹੈ ਨਾ ਉਹ ਦੂਸਰੇ ਜਾਨਵਰਾਂ ਨਾਲੋਂ ਵੈਸੇ ਹੀ ਅੱਛੀ ਹੁੰਦੀ ਹੈ। ਫਿਰ ਕੁਝ ਲੋਕ ਜਿਹੜੇ ਇਹਨਾਂ ਨੂੰ ਇਸਤੇਮਾਲ ਕਰ ਬੈਠੇ ਨਾ, ਇਹ ਤੇ ਜਦੋਂ ਕਸਾਈ ਦੀ ਦੁਕਾਨ ਤੇ ਜਾਂਦੇ ਨੇ ਵਿਕਣ ਵਾਸਤੇ, ਕਸਾਈ ਮੇਰਾ ਕੱਟਾ ਇੱਕ ਦਿਨ ਪਹਿਲਾਂ ਆਪਣੀ ਦੁਕਾਨ ਤੇ ਵੈਸੇ ਹੀ ਬੰਨ ਛੱਡਦਾ ਵਾ ਤੇ ਉਹਦਾ ਜ਼ਬਾ ਕਰਨ ਤੋਂ ਪਹਿਲਾਂ ਮਾਣਕ ਗੋਸ਼ਤ ਜਿਹੜਾ ਨਾ ਉਂਝ ਹੀ ਆਰਡਰਾਂ ਨਾਲ ਵਿਕ ਜਾਂਦਾ ਕਿ ਮੇਰੇ ਵੱਲ 5 ਕਿਲੋ, ਮੇਰੇ ਵੱਲ 20 ਕਿਲੋ ਕੱਲੀ, ਕਿ ਇਹ ਜਿਹੜਾ ਉਹ ਤਾਰਕ ਚੀਮੇ ਦਾ ਕੱਟਾ ਆਇਆ। ਮਾਸ਼ਾਅੱਲਾ, ਯਾਨੀ ਕਿ ਅਗਰ ਅੱਛੇ ਤਰੀਕੇ ਨਾਲ ਇਸ ਕੰਮ ਨੂੰ ਕੀਤਾ ਜਾਏ ਤੇ ਇਹਦੇ 'ਚ ਵੀ ਕਮੀ ਕੋਈ ਨਹੀਂ ਹੈ। ਤੇ ਕਸਾਈ ਵੀ 50-100 ਰੁਪਏ ਮਾਲਕ ਗਾਹਕਾਂ ਨੂੰ ਜ਼ਿਆਦਾ ਲਾ ਕੇ ਦਿੰਦਾ ਗੋਸ਼ਤ ਦਾ, ਇਹਦੀ ਟੇਸਟ ਹੀ ਐਸੀ ਹੁੰਦੀ ਹੈ। ਠੀਕ ਹੈ ਸਰ, ਇਹ ਜਿਹੜਾ ਤੁਸੀਂ ਸਾਹਮਣੇ ਸ਼ੈੱਡ ਬਣਾਇਆ ਹੈ ਜੀ, ਇਹਦੀ ਲੰਬਾਈ ਚੌੜਾਈ ਜਾਂ ਕਿੰਨੇ ਮਰਲੇ 'ਚ ਵਿਆ? ਇਹ ਸ਼ੈੱਡ ਜਿਹੜਾ ਵੇ ਵੈਸੇ ਤੇ ਜਿਹੜਾ ਵੇ 266 ਫੁੱਟ ਲੰਬਾ ਹੈ ਜੀ ਤੇ 40 ਫੁੱਟ ਚੌੜਾ ਹੈ। ਅੱਛਾ, ਤੇ ਇਹਦੇ ਵਿੱਚ ਹੀ ਅਸਾਂ ਗੋਦਾਮ ਦਾ ਵੀ ਸਿਸਟਮ ਰੱਖਿਆ, ਇਹਦੇ ਵਿੱਚ ਹੀ ਅਸੀਂ ਕੱਟਿਆਂ ਦਾ ਵੀ ਫਾਰਮ ਬਣਾ ਕੇ ਰੱਖਿਆ। ਕੱਟਿਆਂ ਦੀਆਂ ਤੇ ਬੱਚਿਆਂ ਦੀਆਂ ਅਸੀਂ ਪਾਰਟੀਸ਼ਨਾਂ ਬਣਾ ਕੇ ਰੱਖੀਆਂ ਨੇ। ਠੀਕ ਹੈ। ਫਿਰ ਛੋਟੇ ਕੱਟੇ ਜਿਹੜੇ ਨੇ ਉਹਨਾਂ ਦੀ ਪਾਰਟੀਸ਼ਨ ਅਲੱਗਾ, ਵੱਡਿਆਂ ਦੀ ਅਲੱਗਾ ਵੇ। ਠੀਕ ਹੈ। ਅਸੀਂ ਇੱਕ ਫਲਾਕ ਕੱਢਦੇ ਹਾਂ ਪਿਛਲਾ ਅਗਲੇ ਮਹੀਨੇ। ਅਸੀਂ ਸਮਝੋ ਕਿ ਇਹ ਇੱਕ ਜਿਵੇਂ ਸਾਨੂੰ ਮਹੀਨੇ ਦੀ ਤਨਖਾਹ ਨਹੀਂ ਲੱਗੀ, ਜੀ ਜੀ, ਅੱਲਾਹ ਪਾਕ ਨੇ ਸਾਡਾ ਇੰਜ ਦਾ ਜ਼ਰੀਆ ਬਣਾਇਆ ਹੈ ਕਿ ਮੈਂ ਇਹਨਾਂ ਦੀ ਡਿਵੀਜ਼ਨ ਕਰ ਛੱਡੀ ਹੈ। ਜਿਹੜਾ ਨਾ ਮਹੀਨੇ ਦੀ ਇੱਕ ਮਹੀਨੇ ਮਾਲ ਪਾ ਲੈਣਾ ਉਹਦੀ ਪਾਰਟੀਸ਼ਨ ਵੱਖਰੀ, ਦੂਸਰੇ ਮਹੀਨੇ ਪਾ ਲੈਣਾ ਉਹਦੀ ਪਾਰਟੀਸ਼ਨ ਵੱਖਰੀ, ਤੀਸਰੇ ਮਹੀਨੇ ਪਾ ਲੈਣਾ, ਤੀਸਰੇ ਮਹੀਨੇ ਵਾਲਾ ਕੱਢ ਦੇਣਾ। ਉਹਦੇ 'ਚ ਜੋ ਸਾਨੂੰ ਰੋਜ਼ੀ ਮਿਲਦੀ ਹੈ ਅਸੀਂ ਅਲਹਮਦੁਲਿਲਾ ਆਮੀਨ ਕਰਕੇ ਆਪਣੀ ਜੇਬ 'ਚ ਤੇ ਜਿਹੜਾ ਕੱਟਿਆਂ ਦੀ ਰਕਮ ਹੈ ਫਿਰ ਜਾ ਕੇ ਖਰੀਦ ਕੇ ਤੀਸਰਾ ਫਰਾਕ ਅਸੀਂ ਪਾ ਲੈਂਦੇ। ਠੀਕ ਹੈ, ਮਾਸ਼ਾਅੱਲਾ ਜੀ, ਇੱਕ ਸਰਕਲ ਬਣ ਗਿਆ। ਅਸੀਂ ਆਪਣਾ ਮਹੀਨੇ ਦਾ ਇੱਕ ਸਰਕਲ ਬਣਾ ਲਿਆ ਹੈ। ਸ਼ੁਕਰ ਅਲਹਮਦੁਲਿਲਾ ਇੰਜ ਹੀ ਹੈ ਕਿ ਜਿਵੇਂ ਸਾਨੂੰ ਮਹੀਨੇ ਬਾਅਦ ਅੱਲਾ ਨੇ ਤਨਖਾਹ ਦੇ ਛੱਡਣੀ। ਮਾਸ਼ਾਅੱਲਾ ਚੀਮਾ ਸਾਹਿਬ, ਤੁਸੀਂ ਬੜੀ ਸੋਹਣੀ ਤੇ ਉਮਦਾ ਗੁਫ਼ਤਗੂ ਕੀਤੀ ਹੈ। ਕੋਈ ਐਸੀ ਗੱਲ ਜਿਹੜੀ ਅਹਿਮ ਇਨਫੋਰਮੇਸ਼ਨ ਹੈ ਮੈਂ ਨਾ ਪੁੱਛੀ ਹੋਏ, ਤੁਸੀਂ ਚਾਹੁੰਦੇ ਹੋ ਕਿ ਇਹ ਗੱਲ ਦੱਸਣੀ ਚਾਹੀਦੀ ਹੈ ਜਿਹੜੇ ਦੋਸਤ ਇਹ ਕੰਮ ਕਰਨਾ ਚਾਹੁੰਦੇ ਨੇ? ਦੋਸਤ ਮੈਨੂੰ ਪਹਿਲਾ ਸਵਾਲ ਕਰਦੇ ਨੇ ਇਹਦੇ 'ਚ ਕੋਈ ਨਫਾ ਵੀ ਹੈ ਕਿ ਨਹੀਂ, ਕਿੰਨਾ ਕੁ ਨਫਾ ਹੈ। ਮੈਂ ਉਹਨਾਂ ਨੂੰ ਆਉਂਦਾ ਵਾਂ ਕਿ ਇਹ ਤੇ ਸ਼ਿਰਕ ਵਾਲੀ ਗੱਲ ਹੈ। ਨਫਾ ਨੁਕਸਾਨ ਅੱਲਾਹ ਤਾਲਾ ਦੀ ਜ਼ਾਤ ਕੋਲ, ਇਹ ਸਾਵਾਂ ਦਾ ਮਾਲ ਹੈ। ਸਾਹ ਦਾ ਕੀ ਪਤਾ ਅਗਲਾ ਆਉਂਦਾ ਜਾਂ ਨਹੀਂ ਆਉਂਦਾ, ਤੇ ਇਹ ਰਿਜ਼ਕੇ ਹਲਾਲ ਹੈ। ਰਿਜ਼ਕੇ ਹਲਾਲ ਤੇ ਅੱਲਾਹ ਪਾਕ ਨੇ ਹਲਾਲ ਮਾਲ ਇਹਦੇ 'ਚ ਬਰਕਤ ਬੜੀ ਰੱਖੀ ਹੈ। ਤੇ ਜਦੋਂ ਵੀ ਇਹਦਾ ਕੰਮ ਕਰਨਾ ਵੇ ਇਹ ਅੱਲਾਹ ਪਾਕ ਦਾ ਨਾਂ ਲੈ ਕੇ ਤੇ ਕੋਈ ਸਦਕਾ ਦੇ ਕੇ ਇਹਨੂੰ ਸ਼ੁਰੂ ਕਰੋ। ਅੱਲਾਹ ਪਾਕ ਨੇ ਇਹਦੇ 'ਚ ਬੜੀਆਂ ਬਰਕਤਾਂ ਰੱਖੀਆਂ। ਮਾਸ਼ਾਅੱਲਾ, ਸਾਰੀਆਂ ਕਮੀਆਂ ਕੁਤਾਈਆਂ ਅੱਲਾਹ ਤਾਲਾ ਦੀ ਜ਼ਾਤ ਇਹਦੇ ਵਿੱਚੋਂ ਕੱਢ ਦਿੰਦੀ। ਜ਼ਿੰਦਾਬਾਦ ਜੀ, ਇਹਨੂੰ ਕਾਰੋਬਾਰ ਸਮਝ ਕੇ ਕਰੋ ਤੇ ਇਹ ਨਾ ਆਖੋ ਵੀ ਕੱਟਿਆਂ ਦਾ ਫਾਰਮ ਪਾਇਆ ਤੇ ਅਸੀਂ ਲੋਕਾਂ ਨੂੰ, ਹਾਂ ਇਹਨੂੰ ਜਦੋਂ ਤੁਸੀਂ ਕਾਰੋਬਾਰ ਸਮਝ ਕੇ ਕਰੋਗੇ, ਇਹ ਸਮਝੋ ਕਿ ਤੁਹਾਨੂੰ ਸਲੀਪਿੰਗ ਪਾਰਟਨਰਸ਼ਿਪ ਦੇ ਵਿੱਚ ਅੱਲਾਹ ਨੇ ਬਿਜ਼ਨਸ ਦਿੱਤਾ ਹੈ। ਮਾਸ਼ਾਅੱਲਾ, ਬਹੁਤ ਸ਼ੁਕਰੀਆ ਚੀਮਾ ਸਾਹਿਬ, ਤੁਸੀਂ ਆਪਣਾ ਕੀਮਤੀ ਵਕਤ ਦਿੱਤਾ ਹੈ। ਜਿਹੜੇ ਦੋਸਤ ਜਨਾਬ ਨਾਲ ਰਾਬਤਾ ਕਰਨਾ ਚਾਹੁੰਦੇ ਨੇ, ਜਨਾਬ ਦਾ ਰਾਬਤਾ ਨੰਬਰ? ਮੇਰਾ 0333 86 13 192 WhatsApp ਵਾਲਾ ਨੰਬਰ ਹੈ। ਦੂਸਰਾ 0345 68 57 161। ਠੀਕ ਹੈ। ਤਾਰਕ ਮਹਿਮੂਦ ਚੀਮਾ। ਦੋਸਤ ਸਾਈਲਜ ਖਰੀਦਣ ਵਾਸਤੇ ਵੀ ਇਹਦੇ ਤੇ ਰਾਬਤਾ ਕਰ ਸਕਦੇ ਨੇ? ਜੀ, ਇਹਦੇ ਤੇ ਰਾਬਤਾ ਕਰ ਸਕਦੇ ਨੇ। ਠੀਕ ਹੈ ਜੀ ਸਰ, ਬਹੁਤ ਸ਼ੁਕਰੀਆ ਜੀ, ਅੱਲਾਹ ਹਾਫਿਜ਼।